ਚਲੋ ਦੋਸਤੋ, ਅੱਜ ਲੈ ਕੇ ਚੱਲਦਾ ਹਾਂ ਤੁਹਾਨੂੰ ਕਿਸੇ ਵੇਲੇ ਪੰਜਾਬ ਦਾ ਹਿੱਸਾ ਰਹੇ ਹਿਮਾਚਲ ਵਿੱਚ ਮਾਂ ਨੈਣਾ ਦੇਵੀ ਦੇ ਪਵਿੱਤਰ ਧਾਮ ਦੀ ਯਾਤਰਾ 'ਤੇ। ਕਰੋਨਾ, ਬਰਸਾਤਾਂ ਜਾਂ ਪਹਾੜਾਂ ਦੇ ਦਰਕਣ ਜਾਂ ਢਿੱਮਾਂ ਡਿੱਗਣ ਜਾਂ ਕਿਸੇ ਹੋਰ ਕਾਰਨਾਂ ਕਰਕੇ ਜਿਹੜੇ ਯਾਤਰਾ ਨਾ ਕਰ ਸਕੇ ਹੋਣ, ਉਹਨਾਂ ਲਈ ਸਾਉਣ ਮਹੀਨੇ ਦੀ ਇਹ ਯਾਤਰਾ ਮੈਂ ਪੂਰੀ ਕਰਦਾ ਹਾਂ। ਕੋਲਾਂ ਵਾਲੇ ਟੋਭੇ ਤੋਂ ਯਾਤਰਾ ਸ਼ੁਰੂ ਕਰਦੇ ਹਾਂ। ਤਲਾਬ ਵਿੱਚ ਕਮਲ ਦੇ ਫੁੱਲ ਖਿਲਣ 'ਤੇ ਆਏ ਹੋਏ ਹਨ। ਵੇਖ ਕੇ ਇੰਜ ਲੱਗਦਾ ਸੀ ਜਿਵੇਂ ਮਾਂ ਦੇ ਭਗਤਾਂ ਦੀ ਸਵਾਗਤ ਦੀ ਤਿਆਰੀ ਕਰਨ ਵਿੱਚ ਇਹ ਖਿੜਨ ਨੂੰ ਤਿਆਰ ਨੇ। ਉੱਪਰ ਗੁਫਾ ਨੂੰ ਜਾਂਦੇ ਹੋਏ ਇੱਥੋਂ ਰਸਤਾ ਜਾਂਦਾ ਹੈ। ਇੱਥੋਂ ਗੁਫਾ ਤੱਕ ਦੀ ਯਾਤਰਾ ਸੁਪਰਫਾਸਟ ਕਰਾਂਗੇ। ਅੱਗੇ ਭਵਨ ਵਿੱਚ ਖੁੱਲ੍ਹਾ ਸਮਾਂ ਲਵਾਂਗੇ। ਚੱਲਦੇ ਹੋਏ ਕੁਝ ਗੱਲਬਾਤ ਹੋ ਜਾਏ। ਹਿੰਦੂ ਸਮਾਜ ਜਾਂ ਕਹੋ ਧਰਮ ਵਿੱਚ, ਇਹ ਤੁਹਾਡੇ 'ਤੇ ਛੱਡਦਾ ਹਾਂ। ਇਹ ਮਾਨਤਾ ਹੈ ਕਿ ਈਸ਼ਵਰ ਜੀ ਨੂੰ ਆਪਾਂ ਰੱਬ ਵੀ ਕਹਿੰਦੇ ਹਾਂ। ਸ਼ਿਵ, ਬ੍ਰਹਮਾ ਅਤੇ ਵਿਸ਼ਨੂੰ ਨੂੰ ਪੈਦਾ ਕੀਤਾ ਜਾਂ ਕਹੋ ਬਣਾਇਆ ਸੀ ਰੱਬ ਨੇ। ਇਹਨਾਂ ਦਾ ਕੋਈ ਮਾਤਾ ਪਿਤਾ ਨਹੀਂ, ਸਿੱਧੇ ਈਸ਼ਵਰ ਜਾਂ ਇਹਨਾਂ ਨੂੰ ਹੀ ਰੱਬ ਦਾ ਰੂਪ ਮੰਨ ਲਿਆ ਜਾਂਦਾ ਹੈ। ਜੀਵਨ ਮਰਨ ਤੋਂ ਪਰਾਂ, ਪਰ ਮਨੁੱਖ ਤਾਂ ਨਰ ਮਾਦਾ ਵਿੱਚ ਵੰਡਿਆ ਹੁੰਦਾ ਹੈ। ਕਿੰਨਰਾਂ ਦਾ ਅਰਧ ਨਾਰੀਸ਼ਵਰ ਸ਼ਿਵ ਦੇ ਅਰਧ ਨਾਰੀਸ਼ਵਰ ਨਾਲ ਪੂਰਾ ਹੋ ਕੇ ਖਾਸ ਹੋ ਜਾਂਦਾ ਹੈ। ਬ੍ਰਹਮਾ, ਵਿਸ਼ਨੂੰ, ਮਹੇਸ਼ ਕੀ ਪੁਰਖ ਪ੍ਰਧਾਨਤਾ ਤਾਂ ਨਹੀਂ, ਪਰ ਇਸ ਤੋਂ ਵੀ ਉੱਪਰ ਇੱਕ ਸਥਾਨ ਦਿੱਤਾ ਗਿਆ ਹੈ ਆਦਿ ਸ਼ਕਤੀ ਦੇ ਰੂਪ ਵਿੱਚ ਨਾਰੀ ਨੂੰ, ਜੋ ਦੇਵੀ ਰੂਪ ਵਿੱਚ ਹੈ। ਇਸ ਆਦਿ ਸ਼ਕਤੀ ਦੇਵੀ ਦਾ ਨਾ ਤਾਂ ਕੋਈ ਮਾਤਾ ਪਿਤਾ ਹੈ ਅਤੇ ਨਾ ਹੀ ਕੋਈ ਪਤੀ ਜਾਂ ਔਲਾਦ। ਇਸੇ ਆਦਿ ਸ਼ਕਤੀ ਦੇ ਰੂਪ ਦੇਵੀ ਦੀ ਪੂਜਾ ਵਿੱਚ ਕੰਜਕ ਬਾਲ ਨਾਰੀ ਨੂੰ ਮੰਨ ਪੂਜਨ ਕੀਤਾ ਜਾਂਦਾ ਹੈ। ਭਾਰਤ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਲੋਕ ਦੇਵੀ ਰੂਪ ਵਿੱਚ ਰੱਬ ਦੀ ਉਪਾਸਨਾ ਕਰਦੇ ਹਨ। ਸਾਲ ਵਿੱਚ 3 ਵਾਰੀ ਦੇਵੀ ਪੂਜਾ ਪ੍ਰਮੁੱਖ ਤੌਰ 'ਤੇ ਕੀਤੀ ਜਾਂਦੀ ਹੈ। ਸਰਦੀਆਂ ਵਿੱਚ ਅੱਸੂ ਦੇ 9 ਨਰਾਤਿਆਂ ਵਿੱਚ ਦੇਵੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਤੋਂ ਬਾਅਦ ਸ਼ਸਤਰ ਪੂਜਾ ਅਤੇ ਨੇਕੀ ਅਤੇ ਬਦੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਇਆ ਜਾਂਦਾ ਹੈ। ਇੱਥੋਂ ਰਾਹ ਹੁਣ ਮਾਤਾ ਦੇ ਭਵਨ ਵੱਲ ਨੂੰ ਜਾਂਦਾ ਹੈ। ਗਰਮੀਆਂ ਵਿੱਚ ਮਾਰਚ ਅਪ੍ਰੈਲ ਵਿੱਚ ਵੀ ਗੁਪਤ ਨਵਰਾਤਰੇ ਆਉਂਦੇ ਹਨ। 9 ਦਿਨ ਦੇਵੀ ਦੀ ਪੂਜਾ ਤੋਂ ਬਾਅਦ ਰਾਮ
ਭਗਵਾਨ ਰਾਮ ਦੇ ਪੈਦਾ ਹੋਣ ਦਾ ਦਿਨ ਰਾਮਨਵਮੀ ਆਉਂਦਾ ਹੈ। ਇਸ ਦੇਵੀ ਪੂਜਾ ਦਾ ਫਲ ਹੀ ਸਮਝੋ ਰਾਮਨਵਮੀ। ਆਪਣੇ ਪੰਜਾਬੀਆਂ ਵਿੱਚ ਤਾਂ ਪੈਲੀ ਮਤਲਬ ਜ਼ਮੀਨ ਪਿੱਛੇ ਪਿਓ ਭਰਾ ਵੱਢਣਾ ਮਾਰ ਦੇਣਾ ਸ਼ਾਨ ਸਮਝੀ ਜਾਂਦੀ ਹੈ, ਪਰ ਹਾਲੇ ਵੀ ਵੱਡੀ ਗਿਣਤੀ ਵਿੱਚ ਲੋਕ ਰਾਮ ਨੂੰ ਮਰਿਆਦਾ ਪੁਰਸ਼ੋਤਮ ਮੰਨਦੇ ਹੋਏ ਸਰਵ ਉੱਤਮ ਆਦਰਸ਼ ਮੰਨਦੇ ਹਨ ਮਨੁੱਖੀ ਸਮਾਜ ਲਈ। ਪਲਾਂ ਵਿੱਚ ਰਾਜ ਭਾਗ ਛੱਡਣਾ ਪਿਓ ਦੇ ਵਚਨਾਂ ਲਈ, ਭਰਾ ਲਈ ਜੰਗਲਾਂ ਦੀ ਜ਼ਿੰਦਗੀ ਅਤੇ ਭਰਾ ਵੀ ਸਭ ਸੁੱਖਾਂ ਨੂੰ ਛੱਡ ਮਹਿਲਾਂ ਵਿੱਚ ਹੀ ਤਪੋਬਨੀ ਤਪਸਵੀ ਵਰਗਾ ਜੀਵਨ। ਅੱਜ ਵੀ ਆਪਣੀ ਔਲਾਦ ਰਾਮ ਵਰਗੀ ਹੀ ਚਾਹੁੰਦੇ ਨੇ। ਕੋਈ ਪਿਓ ਜ਼ਮੀਨ ਜਾਇਦਾਦ ਪਿੱਛੇ ਪਿਓ ਜਾਂ ਭਰਾ ਦੇ ਡੱਕਰੇ ਕਰਨ ਵਾਲੀ ਔਲਾਦ ਦੀ ਇੱਛਾ ਨਹੀਂ ਰੱਖਦਾ। ਫਿਰ ਸਾਲ ਦੇ ਤੀਜੇ ਨਰਾਤੇ ਆਉਂਦੇ ਨੇ, ਸਾਉਣ ਦੇ ਨਰਾਤੇ, ਜਿਹੜੇ ਅੱਜ ਕੱਲ੍ਹ ਚੱਲ ਰਹੇ ਹਨ। ਇਹ ਜ਼ਿਆਦਾਤਰ ਅਗਸਤ ਜਾਂ ਜੁਲਾਈ ਦੇ ਅਖੀਰ ਵਿੱਚ ਪੈਂਦੇ ਹਨ। ਇਹਨਾਂ ਨਰਾਤਿਆਂ ਵਿੱਚ ਵੀ 9 ਦਿਨ ਦੇਵੀ ਪੂਜਾ ਕੀਤੀ ਜਾਂਦੀ ਹੈ ਅਤੇ 9 ਦਿਨ ਦੀ ਦੇਵੀ ਪੂਜਾ ਦਾ ਫਲ ਅੱਗੇ ਫਿਰ ਕ੍ਰਿਸ਼ਨ, ਜਿਨ੍ਹਾਂ ਨੂੰ 16 ਕਰਾਂ ਸੰਪੂਰਨ ਕਿਹਾ ਜਾਂਦਾ ਹੈ, ਦਾ ਜਨਮ ਦਿਵਸ ਅਸ਼ਟਮੀ ਜਨਮ ਅਸ਼ਟਮੀ ਆਉਂਦਾ ਹੈ। ਮਰਿਆਦਾ ਕਿਤੇ ਬੇੜੀਆਂ ਜਾਂ ਸੰਗਲ ਨਾ ਬਣ ਜਾਣ। ਪ੍ਰੇਮ ਅਤੇ ਮਰਿਆਦਾ ਦੇ ਡੂੰਘੇ ਭੇਦ ਜ਼ਾਹਰ ਕਰਨ ਵਾਲੇ ਕ੍ਰਿਸ਼ਨ ਭਗਵਾਨ, ਜਿਨ੍ਹਾਂ ਦੀ ਭਾਗਵਤ ਗੀਤਾ ਗੜਵੀ ਵਿੱਚ ਗੰਗਾ ਵਾਂਗੂ ਹੈ, ਜੋ ਸੰਖੇਪ ਵਿੱਚ ਹੀ ਧਰਮ ਦੇ ਡੂੰਘੇ ਸਾਰ ਦੱਸ ਦਿੰਦੀ ਹੈ। ਸਾਉਣ ਦੇ ਨਰਾਤਿਆਂ ਵਿੱਚ ਦੇਵੀ ਪੂਜਾ ਦਾ ਫਲ ਬਣਦੀ ਹੈ ਕ੍ਰਿਸ਼ਨ ਜਨਮ ਅਸ਼ਟਮੀ। ਹਿੰਦੂਆਂ ਵਿੱਚ ਸ਼ਿਵ ਤੋਂ ਬਾਅਦ ਦੇਵੀ ਪੂਜਾ ਅਤੇ ਫਿਰ ਰਾਮ ਅਤੇ ਕ੍ਰਿਸ਼ਨ 'ਤੇ ਆ ਕੇ ਬਹੁਤ ਕੁਝ ਸਿਮਟ ਜਾਂਦਾ ਹੈ। ਉਂਝ ਰੂਹ ਦੀ ਪਿਆਸ ਬੁਝਾਉਣ ਲਈ ਕਈ ਨਦੀਆਂ, ਖੂਹ ਅਤੇ ਹੋਰ ਸੋਮੇ ਵੀ ਬਹੁਤ ਹਨ। ਚਲੋ ਸਾਲ ਵਿੱਚ 3 ਵਾਰੀ ਆਉਂਦੇ ਨਰਾਤਿਆਂ ਦਾ ਜ਼ਿਕਰ ਕਰਦੇ, ਸਫ਼ਰ ਹੁਣ ਮੰਜ਼ਿਲ ਵੱਲ ਆ ਹੀ ਗਿਆ ਹੈ। ਬਸ ਹੁਣ ਮੰਦਰ ਦੇ ਨਜ਼ਦੀਕ ਹੀ ਪੁੱਜ ਚੁੱਕੇ ਹਾਂ। ਬਾਹਰ ਬੂੰਦਾਬਾਂਦੀ ਕਰਕੇ ਧੁੰਦ ਜਿਹੀ ਛਾਈ ਹੋਈ ਲੱਗਦੀ ਸੀ। ਹਜੇ ਤਾਂ ਨਰਾਤਿਆਂ ਨੂੰ 3-4 ਦਿਨ ਸਨ, ਪਰ ਰਸਤੇ ਵਿੱਚ ਭਗਤਾਂ ਦੀ ਵਾਹਵਾ ਰੌਣਕ ਸੀ। ਭਗਤ ਮਾਂ ਦੇ ਦਰਸ਼ਨਾਂ ਨੂੰ ਹੌਲੀ ਹੌਲੀ ਪਹੁੰਚ ਰਹੇ ਸਨ।
ਇੱਧਰ ਮਾਤਾ ਨੈਣਾ ਦੇਵੀ ਧਾਮ ਦਾ ਲੰਗਰ ਹਾਲ ਹੈ। ਇੱਥੇ ਸੰਗਤਾਂ ਆ ਕੇ ਲੰਗਰ ਛਕਦੀਆਂ ਸਨ, ਪਰ ਹੁਣ ਕਰੋਨਾ ਕਰਕੇ ਲੰਗਰ ਵਾਲਾ ਭਵਨ ਬੰਦ ਹੈ। ਇੱਥੋਂ ਦੀ ਕੜੀ ਚਾਵਲ ਮਾਤਾ ਦੇ ਦਰਸ਼ਨਾਂ ਲਈ ਆਉਣ ਵਾਲੇ ਭਗਤਾਂ ਦੇ ਮਨਪਸੰਦ ਹੁੰਦੇ ਸਨ। ਚਲੋ ਭਵਨ ਵੱਲ ਚੱਲਦੇ ਹਾਂ। ਆਲੇ ਦੁਆਲੇ ਨਰਾਤਿਆਂ ਦੇ ਮੇਲੇ ਕਰਕੇ ਦੁਕਾਨਾਂ ਸੱਜ ਚੁੱਕੀਆਂ ਹਨ ਬਹੁਤ ਹੱਦ ਤੱਕ। ਜਿਹੜੇ ਮਾਤਾ ਦੇ ਦਰਬਾਰ ਵਿੱਚ ਅੱਗੇ ਵੀ ਕਈ ਵਾਰ ਹਾਜ਼ਰੀ ਲਵਾ ਚੁੱਕੇ ਹਨ, ਉਹਨਾਂ ਲਈ ਤਾਂ ਇਹ ਸਥਾਨ ਵੇਖੇ ਹੀ ਹੋਏ ਹਨ। ਆਹ ਤੰਗ ਜਿਹਾ ਰਸਤਾ ਪਿਛਲੇ ਪਾਸਿਓਂ ਮਾਤਾ ਦੇ ਮੁੱਖ ਭਵਨ ਵੱਲ ਜਾ ਕੇ ਖੁੱਲ੍ਹਦਾ ਹੈ। ਚਲੋ ਬਸ ਹੁਣ ਮਾਤਾ ਦੇ ਭਵਨ ਦੇ ਵਿੱਚ ਆਪਾਂ ਦਾਖਲ ਹੋ ਹੀ ਚੁੱਕੇ ਹਾਂ। नहीं वो थले खड़ी हुई है, खड़ी तो सीधा ऊपर क्रॉस कर सकते ये वाली गाड़ी थले ठीक है ना उसके तो खड़ी है
ਸਦੀਆਂ ਤੋਂ ਇਸ ਧੂਣੇ ਹਵਨ ਕੁੰਡ ਦੀ ਅੱਗ ਕਹਿੰਦੇ ਨੇ ਪ੍ਰਜਵਲਿਤ ਹੈ। ਮਾਂ ਦੇ ਭਗਤ ਜਿਉਣੇ ਮੋੜ ਬਾਰੇ ਕੌਣ ਨਹੀਂ ਜਾਣਦਾ ਹੋਣਾ। ਇਹ ਜਿਉਣਾ ਮੋੜ ਦੀ ਸਮਾਧ ਹੈ ਜੋ ਭਵਨ ਤੋਂ ਥੱਲੇ ਹੋ ਕੇ ਬਣੀ ਹੋਈ ਹੈ। ਜਿੱਥੇ ਜਿਉਣੇ ਮੋੜ ਨੇ ਛਲੰਗ ਮਾਰੀ ਸੀ ਇੱਥੇ ਹੁਣ ਇੱਕ ਮਾਂ ਦਾ ਮੰਦਿਰ ਬਣਿਆ ਹੋਇਆ ਹੈ ਜਿਉਣੇ ਮੋੜ ਦੀ ਯਾਦਗਾਰ ਵਜੋਂ। ਇੱਧਰ ਗੁਫਾ ਵੱਲ ਇੱਕ ਪ੍ਰਾਚੀਨ ਤਲਾਬ ਬਣਿਆ ਹੋਇਆ ਹੈ, ਪਰ ਪਤਾ ਨਹੀਂ ਕਿਉਂ ਇਹ ਅੱਜ ਕੱਲ੍ਹ ਖਾਲੀ ਸੀ। ਸ਼ਾਇਦ ਨਰਾਤਿਆਂ ਵਿੱਚ ਪਾਣੀ ਭਰ ਦਿੰਦੇ ਹੋਣ ਸੰਗਤਾਂ ਦੇ ਇਸ਼ਨਾਨ ਲਈ। ਆਹ ਪ੍ਰਾਚੀਨ ਗੁਫਾ ਹੈ, ਇਸ ਦੇ ਵੀ ਦਰਸ਼ਨ ਦੀਦਾਰ ਕਰੋ। ਬਾਹਰ ਬੂੰਦਾਬਾਂਦੀ ਨੇ ਮੌਸਮ ਸੁਹਾਵਣਾ ਕਰ ਦਿੱਤਾ ਸੀ। ਲੋਕ ਮੀਂਹ ਤੋਂ ਬਚਣ ਲਈ ਰੋਪਵੇ ਵਾਲੇ ਪਾਸੇ ਆ ਰਹੇ ਸਨ। ਜੇ ਵੀਡੀਓ ਪਸੰਦ ਆਈ ਹੋਵੇ ਤਾਂ ਥੱਲੇ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾਓ